ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਚੱਕ ਦੇ ਟੀਵੀ ਦੇ ਪ੍ਰੋਗਰਾਮ ਪੱਖ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ 'ਚ ਕੁਝ ਤਾਜ਼ਾ ਤਰੀਨ ਖਬਰਾਂ ਦੇ ਉੱਤੇ ਪਾਉਣੇ ਅਸੀਂ ਚਾਹਤ ਕੋਸ਼ਿਸ਼ ਰਹਿੰਦੀ ਹੈ ਉਹਨਾਂ ਖਬਰਾਂ ਦੇ ਉੱਤੇ ਵਿਸਥਾਰਤ ਤੇ ਸਕਾਰਾਤਮਕ ਚਰਚਾ ਕੀਤੀ ਜਾਵੇ ਤਾਂ ਕਿ ਉਸ ਖਬਰ ਦਾ ਸੱਚ, ਉਹਦੀ ਹਕੀਕਤ ਖੁੱਲ੍ਹ ਕੇ ਤੁਹਾਡੇ ਅੱਗੇ ਰੱਖੀ ਜਾ ਸਕੇ। ਔਰ ਇਸ ਕੋਸ਼ਿਸ਼ 'ਚ ਮੇਰੇ ਨਾਲ ਬਾਕਾਇਦਾ ਸਟੂਡੀਓ 'ਚ ਮੌਜੂਦ ਰਹਿੰਦੇ ਨੇ ਉੱਘੇ ਸਾਹਿਤਕਾਰ ਤੇ ਸੀਨੀਅਰ ਪੱਤਰਕਾਰ ਦੇਸਰਾਜ ਕਾਲੀ ਜੀ। ਕਾਲੀ ਜੀ ਤੁਹਾਨੂੰ ਜੀ ਆਇਆਂ ਕਹਿੰਦੇ ਆ। ਮਿਹਰਬਾਨੀ ਜੀ। ਸੀਨੀਅਰ ਪੱਤਰਕਾਰ ਰਾਕੇਸ਼ ਆਨੰਦ ਵੀ ਸਾਡੇ ਨਾਲ ਮੌਜੂਦ ਰਹਿਣਗੇ। ਆਨੰਦ ਜੀ ਤੁਹਾਨੂੰ ਵੀ ਜੀ ਆਇਆਂ ਕਹਿੰਦੇ ਆ। ਔਰ ਸਾਡੇ ਸਹਿਯੋਗੀ ਪੱਤਰਕਾਰ ਗੁਰਵਿੰਦਰ ਸੰਧੂ ਵੀ ਸਾਡੇ ਨਾਲ ਮੌਜੂਦ ਰਹਿਣਗੇ। ਸੰਧੂ ਸਾਹਿਬ ਤੁਹਾਨੂੰ ਵੀ ਖੁਸ਼ ਆਮਦੀਦ ਹੈ। ਸ਼ੁਰੂਆਤ ਇਸ ਪ੍ਰੋਗਰਾਮ ਦੀ ਉਸ ਖਬਰ ਦੇ ਨਾਲ ਕਰਦੇ ਹਾਂ ਜਿਹੜੀ ਖਬਰ ਇਸ ਸਮੇਂ ਹਰ ਭਾਰਤ ਵਾਸੀ ਲਈ ਪੀੜਾਦਾਇਕ ਹੈ, ਅਫਸੋਸਨਾਕ ਹੈ, ਕਿਉਂਕਿ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਇਹੋ ਜਿਹੀ ਹਸਤੀ, ਇਹੋ ਜਿਹੇ ਸਿਆਸੀ ਲੀਡਰ ਜਿਨ੍ਹਾਂ ਦੀ ਤਾਰੀਫ ਦੇ ਵਿੱਚ ਜਿਹੜਾ ਆ ਸਿਰਫ ਉਹਨਾਂ ਦੀ ਪਾਰਟੀ ਦੇ ਨੁਮਾਇੰਦੇ, ਸਾਥੀ, ਸਿਆਸਤਦਾਨ ਹੀ ਚੰਗੀਆਂ ਗੱਲਾਂ ਨਹੀਂ ਕਰਦੇ ਸੀਗੇ, ਵਿਰੋਧੀ ਧਿਰਾਂ ਵੀ ਅਕਸਰ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਸਲਾਹਿਆ ਕਰਦੀਆਂ ਸਨ। ਅੱਜ 94 ਸਾਲ ਦੀ ਉਮਰ ਭੋਗਣ ਤੋਂ ਬਾਅਦ ਇਸ ਫਾਨੀ ਦੁਨੀਆ ਨੂੰ ਰੁਖਸਤ ਕਹਿ ਗਏ ਨੇ। ਪਿਛਲੇ 24 ਘੰਟਿਆਂ ਤੋਂ ਉਹਨਾਂ ਦੀ ਸਥਿਤੀ ਜਿਹੜੀ ਆ ਉਹ ਖਾਸੀ ਨਾਜ਼ੁਕ ਬਣੀ ਹੋਈ ਸੀਗੀ ਔਰ ਇਸ ਨਾਜ਼ੁਕ ਪਰਿਸਥਿਤੀ ਦੇ ਵਿੱਚ ਲਗਾਤਾਰ ਮੁਲਕ ਦੇ ਜਿਹੜੇ ਸਿਆਸੀ ਆਗੂ ਸੀ ਉਹਨਾਂ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਦੇ ਵਿੱਚ ਜਾ ਰਹੇ ਸੀਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਵੀ ਬਾਕਾਇਦਾ ਕੱਲ੍ਹ ਇੱਕ ਵਾਰ ਹਸਪਤਾਲ ਪਹੁੰਚੇ। ਅੱਜ ਫਿਰ ਤੜਕਸਾਰ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਦੇ ਵਿੱਚ ਫੇਰੀ ਪਾਈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਹੋਰੀ ਬਾਕਾਇਦਾ ਹਸਪਤਾਲ ਪਹੁੰਚੇ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਹੋਰਾਂ ਨੇ ਵੀ ਹਸਪਤਾਲ ਦੇ ਵਿੱਚ ਜਾ ਕੇ ਸਾਬਕਾ ਪ੍ਰਧਾਨ ਮੰਤਰੀ ਦਾ ਹਾਲ ਚਾਲ ਜਾਣਿਆ। ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਵੀ ਘੋਸ਼ਣਾ ਕਰ ਦਿੱਤੀ ਸੀ ਕਿ ਤਬੀਅਤ ਨਾਸਾਜ਼ ਦੇਖਦਿਆਂ ਹੋਇਆਂ ਅਟਲ ਬਿਹਾਰੀ ਵਾਜਪਾਈ ਦੀ ਉਹ ਆਪਣਾ ਜਨਮ ਦਿਨ ਵੀ ਨਹੀਂ ਮਨਾਉਣਗੇ। ਇਸ ਤੋਂ ਇਲਾਵਾ ਨਿਤੀਸ਼ ਕੁਮਾਰ, ਰਾਹੁਲ ਗਾਂਧੀ, ਜੈਰਾਮ ਠਾਕੁਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਉਹਨਾਂ ਨੇ ਵੀ ਹਸਪਤਾਲ ਜਾ ਕੇ ਹਾਲ ਚਾਲ ਜਾਣਿਆ। ਪਰ ਸ਼ਾਮ ਦੇ ਸਮੇਂ ਅਚਾਨਕ ਇਹ ਖਬਰ ਕੋਈ 5:30 ਵਜੇ ਦੇ ਕਰੀਬ ਨਿਕਲ ਕੇ ਸਾਹਮਣੇ ਆਉਂਦੀ ਆ। ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਇਸ ਦੁਨੀਆ 'ਚ ਨਹੀਂ ਰਹੇ। ਅਟਲ ਬਿਹਾਰੀ ਵਾਜਪਾਈ ਜਿਹੜੇ 25 ਦਸੰਬਰ 1924 'ਚ ਜਨਮ ਲੈਂਦੇ ਨੇ ਤੇ ਉਸ ਤੋਂ ਬਾਅਦ 1942 ਦੇ ਵਿੱਚ ਜਿਹੜਾ ਭਾਰਤ ਛੱਡੋ ਅੰਦੋਲਨ ਚੱਲਦਾ ਆ ਉਹਦੇ ਵਿੱਚ ਹਿੱਸਾ ਲੈਂਦਿਆਂ ਹੋਇਆਂ ਸਿਆਸਤ ਦੇ ਵਿੱਚ ਆਪਣਾ ਕਦਮ ਰੱਖਦੇ ਆ ਔਰ ਉਸ ਤੋਂ ਬਾਅਦ RSS ਦੇ ਸਹਿਯੋਗ ਦੇ ਨਾਲ 1951 ਦੇ ਵਿੱਚ ਜਾ ਕੇ ਭਾਰਤੀ ਜਨਸੰਘ ਪਾਰਟੀ ਦੀ ਸਥਾਪਨਾ ਕੀਤੀ ਜਾਂਦੀ ਹੈ ਔਰ ਇਸ ਤੋਂ ਬਾਅਦ ਲਗਾਤਾਰ ਉਹ ਸਿਆਸਤ ਦੇ ਵਿੱਚ ਆਪਣੀ ਹਾਜ਼ਰੀ ਜਿਹੜੀ ਆ ਬਰਕਰਾਰ ਰੱਖਦੇ ਆ। 9 ਵਾਰ ਲੋਕ ਸਭਾ ਦੇ ਮੈਂਬਰ ਚੁਣੇ ਜਾਂਦੇ ਆ, 2 ਵਾਰ ਰਾਜ ਸਭਾ ਦੇ ਮੈਂਬਰ ਵੀ ਬਣਦੇ 1962 ਤੋਂ ਲੈ ਕੇ 67 ਤੱਕ ਤੇ 1986 ਤੋਂ ਜਿਹੜਾ ਉਹ ਚੁਣੇ ਜਾਂਦੇ ਦੁਬਾਰਾ ਰਾਜ ਸਭਾ ਦੇ ਮੈਂਬਰ ਔਰ ਇਸ ਤੋਂ ਇਲਾਵਾ 3 ਵਾਰ ਮੁਲਕ ਦੇ ਪ੍ਰਧਾਨ ਮੰਤਰੀ ਬਣਦੇ ਨੇ। ਉਹ ਗੱਲ ਅਲੱਗਾ ਆ ਕਿ 2 ਵਾਰ ਉਹਨਾਂ ਦੇ ਪ੍ਰਧਾਨ ਮੰਤਰੀ ਹੋਣ ਦਾ ਜਿਹੜਾ ਵਕਫਾ ਆ ਉਹ ਬਹੁਤ ਛੋਟਾ ਹੁੰਦਾ ਆ ਕਿਉਂਕਿ ਸੰਸਦ ਦੇ ਵਿੱਚ ਆਪਣਾ ਬਹੁਮਤ ਸਾਬਤ ਨਹੀਂ ਕਰ ਪਾਉਂਦੇ। ਪਹਿਲੀ ਵਾਰੀ 16 ਮਈ 1996 ਨੂੰ ਪ੍ਰਧਾਨ ਮੰਤਰੀ ਬਣਦੇ ਨੇ ਪਰ ਬਹੁਤੀ ਦੇਰ ਇਹ ਸਰਕਾਰ ਨਹੀਂ ਚੱਲ ਪਾਉਂਦੀ ਔਰ 31 ਮਈ ਨੂੰ ਹੀ ਇਹ ਸਰਕਾਰ ਡਿੱਗ ਜਾਂਦੀ ਹੈ। ਉਸ ਤੋਂ ਬਾਅਦ 1998 ਦੇ ਵਿੱਚ ਪ੍ਰਧਾਨ ਮੰਤਰੀ ਬਣਦੇ ਆ ਤੇ ਇਹ ਵੀ 13 ਕੁ ਮਹੀਨੇ ਦੀ ਸਰਕਾਰ ਉਹਨਾਂ ਦੀ ਚੱਲਦੀ ਹੈ। ਬਹੁਮਤ ਜਿਹੜਾ ਆ ਉਹ ਨਹੀਂ ਸਾਬਤ ਕਰ ਪਾਉਂਦੇ ਆ, ਵਿਸ਼ਵਾਸ ਮਤ ਆਉਂਦਾ ਆ ਸਰਕਾਰ ਦੇ ਖਿਲਾਫ ਤੇ ਇਹ ਵੀ ਸਰਕਾਰ ਡਿੱਗ ਜਾਂਦੀ ਤੇ ਫਿਰ 1999 ਦੇ ਵਿੱਚ ਤੀਜੀ ਵਾਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤੇ 5 ਸਾਲ ਆਪਣੇ ਪੂਰੇ ਕਰਦੇ ਆ। ਔਰ ਅਟਲ ਬਿਹਾਰੀ ਵਾਜਪਾਈ ਸਾਹਿਬ ਇਹ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਭਾਰਤੀ ਸਿਆਸਤ ਦੇ ਵਿੱਚ 5 ਸਾਲ ਪ੍ਰਧਾਨ ਮੰਤਰੀ ਦੇ ਤੌਰ ਤੇ ਆਪਣਾ ਕਾਰਜਕਾਲ ਪੂਰਾ ਕੀਤਾ ਹੋਵੇ। ਇਸ ਤੋਂ ਪਹਿਲਾਂ ਗੈਰ ਕਾਂਗਰਸੀ ਕਿਸੇ ਵੀ ਲੀਡਰ ਨੇ ਪ੍ਰਧਾਨ ਮੰਤਰੀ ਦੇ ਤੌਰ ਤੇ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ ਸੀਗਾ। 2015 ਦੇ ਵਿੱਚ ਉਹਨਾਂ ਨੂੰ ਭਾਰਤ ਰਤਨ ਅਵਾਰਡ ਨਾਲ ਸਨਮਾਨਿਆ ਗਿਆ ਔਰ 2004 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਖਾਸੀ ਵੱਡੀ ਹਾਰ ਹੋਈ ਸੀਗੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੇ ਸਿਆਸਤ ਤੋਂ
ਥੋੜ੍ਹਾ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਹੌਲੀ ਹੌਲੀ ਮੁੱਖ ਧਾਰਾ ਦੀ ਸਿਆਸਤ ਜਿਹੜੀ ਸੀ ਉਹਦੇ ਹਾਸ਼ੀਏ ਤੋਂ ਬਾਹਰ ਆਪਣੇ ਆਪ ਨੂੰ ਉਹਨਾਂ ਨੇ ਕਰ ਲਿਆ ਸੀ ਔਰ ਪਿਛਲੇ ਸਮੇਂ ਤੋਂ ਲਗਾਤਾਰ ਤਕਰੀਬਨ ਗਾਇਬ ਨਜ਼ਰ ਆ ਰਹੇ ਸੀ ਭਾਰਤੀ ਜਨਤਾ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਤੋਂ। ਜ਼ਿਆਦਾ ਸਮਾਂ ਬਿਮਾਰੀ ਦੇ ਵਿੱਚ ਗੁਜ਼ਰਿਆ ਉਹਨਾਂ ਦਾ, ਕਿਉਂਕਿ ਇੱਕ ਵਾਰ ਉਹਨਾਂ ਦੇ ਗੋਡਿਆਂ ਦਾ ਆਪਰੇਸ਼ਨ ਹੋਇਆ ਤਾਂ ਉਹਨਾਂ ਨੂੰ ਲੰਬਾ ਸਮਾਂ ਦਿੱਕਤ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਉਹਨਾਂ ਨੂੰ ਇੱਕ ਅਟੈਕ ਆਉਂਦਾ ਆ, ਉਸ ਅਟੈਕ ਤੋਂ ਬਾਅਦ ਉਹ ਬੋਲਣਾ ਬੰਦ ਕਰ ਦਿੰਦੇ ਨੇ, ਬਹੁਤ ਮੁਸ਼ਕਲ ਨਾਲ ਜਿਹੜੀਆਂ ਇੱਕ ਦੋ ਗੱਲਾਂ ਕਰਦੇ ਨੇ ਉਹ ਕਰ ਹੁੰਦੀਆਂ ਨੇ ਉਹਨਾਂ ਦੇ ਕੋਲੋਂ। ਔਰ ਇਹ ਸਿਲਸਿਲਾ ਲਗਾਤਾਰ ਚੱਲਦਾ ਹੈ ਔਰ ਇਸੇ ਤਰੀਕੇ ਨਾਲ ਬਿਮਾਰੀ ਨਾਲ ਜੂਝਦਿਆਂ ਅੱਜ ਅਖੀਰ ਉਹਨਾਂ ਨੇ ਦਮ ਤੋੜ ਦਿੱਤਾ ਹੈ। ਦੇਸ ਰਾਜਕਾਲ ਜੀ, ਬਹੁਤ ਦੁਖਦ ਖਬਰ ਹੈ। ਤੁਸੀਂ ਸਾਹਿਤ ਨਾਲ ਜੁੜੇ ਹੋਏ ਹੋ, ਲੰਬੇ ਸਮੇਂ ਤੋਂ ਸਾਹਿਤ ਰਚਨਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹੋ ਔਰ ਅਟਲ ਬਿਹਾਰੀ ਵਾਜਪਾਈ ਇੱਕ ਕਵੀ ਸਨ। ਸ਼ਾਇਦ ਇਹੀ ਕਾਰਨ ਸੀ ਕਿ ਉਹਨਾਂ ਦੇ ਗੱਲ ਕਰਨ ਦੇ ਵਿੱਚ ਜੋ ਠਰਮਾ ਸੀ, ਉਹਨਾਂ ਦੀ ਭਾਸ਼ਣ ਕਲਾ ਦੇ ਵਿੱਚ ਜੋ ਮੁਹਾਰਤ ਸੀ, ਜਿਸ ਤਰੀਕੇ ਨਾਲ ਉਹ ਵਿਰੋਧੀਆਂ ਦੇ ਖਿਲਾਫ ਬੋਲਦੇ ਹੋਏ ਵੀ ਵਿਰੋਧੀਆਂ ਨੂੰ ਆਪਣੀ ਤਾਰੀਫ ਕਰਨ ਤੇ ਮਜਬੂਰ ਕਰ ਦਿੰਦੇ ਸੀਗੇ, ਇਹ ਭਾਰਤ ਦੇ ਕਿਸੇ ਸਿਆਸਤਦਾਨ ਦੇ ਵਿੱਚ ਮੈਨੂੰ ਕੋਈ ਗੁਣ ਇੰਨੇ ਸਾਰੇ ਇੱਕ ਟਾਈਮ ਨਜ਼ਰ ਨਹੀਂ ਆਏ। ਤੁਹਾਡਾ ਕੀ ਕਹਿਣਾ ਹੈ? ਦੇਖੋ, ਆਜ਼ਾਦੀ ਦੇ ਦੌਰਾਨ ਜਿਹੜੇ ਬਹੁਤ ਸਾਰੇ ਲੀਡਰ ਸੀ ਨਾ ਜਸਵੀਰ ਦੇ, ਔਰ ਲੰਬੇ ਸੰਘਰਸ਼ ਦੇ ਵਿੱਚੋਂ ਜਿਹੜੇ ਲੰਘੇ ਸੀ, ਉਹਨਾਂ ਵਿੱਚ ਬਹੁਤ ਵੱਡੇ ਵੱਡੇ ਲੀਡਰ ਸੀਗੇ। ਵਾਜਪਾਈ ਹੋਰੀ ਇੱਕ ਆਪਣੀ ਕਿਸਮ ਦੇ ਪ੍ਰਤੀਬੱਧ, ਔਰ ਉਹਨਾਂ ਦੀ ਜੇ ਕਵਿਤਾਵਾਂ ਪੜ੍ਹਦੇ ਹਾਂ ਆਪਾਂ ਤਾਂ ਉਹਦੇ ਵਿੱਚੋਂ ਸੋਸ਼ਲ ਕਮਿਟਮੈਂਟ ਜਿਹੜੀ ਹੈ ਉਹਨਾਂ ਦੀ ਜੀ, ਉਹ ਤੁਹਾਨੂੰ ਝਲਕਦੀ ਹੈ ਔਰ ਇੱਕ ਕ੍ਰਾਂਤੀਕਾਰੀ ਜਜ਼ਬਾ ਹੈ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ। ਲੰਬੀ ਔਰ ਵੇਗ ਹੈ। ਇੱਕ ਸੰਵੇਦਨਸ਼ੀਲ ਵਿਅਕਤੀ ਦੇ ਤੌਰ ਦੇ ਉੱਤੇ ਵਾਜਪਾਈ ਹੋਰਾਂ ਦਾ ਚਿਹਰਾ ਜਿਹੜਾ ਹੈ ਉਹ ਸਾਡੇ ਸਾਹਮਣੇ ਆਉਂਦਾ ਹੈ। ਕਿਸੇ ਪਾਰਟੀ ਨੂੰ ਬਿਲੋਂਗ ਕੋਈ ਕਰਦਾ ਹੋਵੇ ਲੀਡਰ, ਉਹਦੀ ਆਪਣੀ ਪਰਸਨੈਲਿਟੀ ਜਿਹੜੀ ਹੈ ਉਹ ਦੇਸ਼ ਨੂੰ, ਸਾਰਾ ਦੇਸ਼ ਦੇਖ ਰਿਹਾ ਹੁੰਦਾ, ਸਾਰਾ ਵਿਸ਼ਵ ਦੇਖ ਰਿਹਾ ਹੁੰਦਾ ਔਰ ਉਹ ਪਰਸਨੈਲਿਟੀ ਪਾਰਟੀਆਂ ਦੀ ਆਈਡੀਓਲੋਜੀ ਚੇਂਜ ਕਰਕੇ ਰੱਖ ਦਿੰਦੀ ਆ। ਜੇ ਸ਼ਕਤੀ ਉਹਦੇ ਵਿੱਚ ਪਾਵਰਫੁਲ ਪਰਸਨੈਲਿਟੀਜ਼ ਕੁਛ ਹੁੰਦੀਆਂ ਨੇ। ਵਾਜਪਾਈ ਹੋਰਾਂ ਦੇ ਏਰਾ ਤੋਂ ਬਾਅਦ ਬੀਜੇਪੀ ਦੀ ਜੋ ਪੋਲੀਟਿਕਸ ਹੈ ਆਪਾਂ ਸਾਰੇ ਉਹਨੂੰ ਡਿਸਕਸ ਕਰਦੇ ਹਾਂ, ਜਾਣਦੇ ਹਾਂ ਜੀ। ਪਰ ਵਾਜਪਾਈ ਹੋਰਾਂ ਦੇ ਦੌਰ ਨੂੰ ਜੇ ਯਾਦ ਕਰਦੇ ਹਾਂ, ਜੇ ਪਾਕਿਸਤਾਨ ਨਾਲ ਜੰਗ ਲੜੀ ਜਾ ਰਹੀ ਆ, ਪੀਕ ਆਵਰਸ ਨੇ, ਤੇ ਸਾਡੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਸ ਵੇਲੇ ਜੇ ਸ਼ਕਤੀ ਦਿਖਾਉਂਦੇ ਨੇ ਤਾਂ ਉਹਨਾਂ ਨੂੰ ਵਿਰੋਧੀ ਧਿਰ 'ਚ ਹੁੰਦਿਆਂ ਦੁਰਗਾ ਕਹਿਣ ਵਾਲੇ ਵੀ ਵਾਜਪਾਈ ਸੀ ਜੀ। ਮਤਲਬ ਕੰਮ ਦੀ ਕਦਰ, ਲੀਡਰ ਦੀ ਕਦਰ, ਦੇਸ਼ ਨਾਲ ਜੁੜ ਕੇ ਜਿਹੜਾ ਚੱਲਣਾ ਹੈ। ਪਾਰਟੀਆਂ ਦੇ ਵਿਰੋਧਤਾਈਆਂ ਵੱਖਰੀਆਂ ਨੇ, ਸਿਧਾਂਤਕੀ ਵੱਖਰੀ ਹੈ। ਉਸ ਸਿਧਾਂਤਕੀ 'ਚੋਂ ਪੈਦਾ ਹੋਣ ਵਾਲੇ ਸੀ। ਤੁਸੀਂ ਮੈਂ ਕਹਿੰਦਾ ਬਾਕੀ ਲੰਬਾ ਸਮਾਂ ਉਹਨਾਂ ਦਾ ਜੇ ਨਾ ਲਈਏ, ਤੁਸੀਂ ਸਾਰੀ ਫਹਿਰਿਸਤ ਗਿਣਾ ਦਿੱਤੀ ਹੈ ਜਿਸ ਤਰੀਕੇ ਦਾ, ਕਿੰਨੀ ਵਾਰ ਉਹ ਚੁਣ ਕੇ ਆਉਂਦੇ ਨੇ, ਰਾਜ ਸਭਾ 'ਤੇ ਜਾਂਦੇ ਨੇ, ਉਹਨਾਂ ਦੀਆਂ ਸਪੀਚਿਸ ਨੇ, ਕਿਉਂਕਿ ਉਹ ਸ਼ਾਇਰ ਨੇ ਔਰ ਬੀਇੰਗ ਏ ਸ਼ਾਇਰ ਉਹ ਹਿਸਟਰੀ ਪ੍ਰਤੀ ਇੰਨੀ ਕਲੈਰਿਟੀ ਹੈ। ਤੁਸੀਂ ਉਹਨਾਂ ਦੇ ਜੇ ਲੈਕਚਰ ਸੁਣਦੇ ਆ ਜਾਂ ਉਹਨਾਂ ਦੀਆਂ ਪੋਇਮਸ ਪੜ੍ਹਦੇ ਆ, ਹੁਣ ਕੀ ਹੋਇਆ ਕਿ ਇੱਕ ਦੌਰ ਉਹ ਲੰਘਿਆ ਸਾਡਾ 4-5 ਸਾਲ ਦਾ, ਜਦੋਂ ਬੀਜੇਪੀ ਵਾਲੇ ਲੀਡਰਾਂ ਨੇ ਹਿਸਟਰੀ ਦੀ ਡਿਸਟੋਰਸ਼ਨ ਸ਼ੁਰੂ ਕਰਤੀ ਜੀ। ਬਹੁਤ ਬੁਰੀ ਤਰ੍ਹਾਂ ਦੇ ਨਾਲ ਹਿਸਟਰੀ ਡਿਸਟੋਰਟ ਕੀਤੀ ਔਰ ਮਿਥ ਨੂੰ ਲਗਾਤਾਰ ਕੀਤੀ ਜਾ ਰਹੀ ਔਰ ਮਿਥ ਨੂੰ ਹਿਸਟਰੀ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਜੇ ਮੈਂ ਇਹਨਾਂ ਦਾ ਮੁਕਾਬਲਾ ਵਾਜਪਾਈ ਹੋਰਾਂ ਨਾਲ ਕਰਦਾ ਹਾਂ ਤਾਂ ਜਿੰਨੀ ਗਹਿਰੀ ਪਕੜ ਹਿਸਟਰੀ 'ਤੇ ਵਿਦ ਆਥੈਂਟਿਕ ਡਾਕੂਮੈਂਟੇਸ਼ਨਸ ਉਹਨਾਂ ਦੀ ਆ, ਔਰ ਜਿਸ ਬੇਬਾਕੀ ਦੇ ਨਾਲ ਬੋਲਦੇ ਨੇ, ਜਿਸ ਫਰਾਖ ਦਿਲੀ ਦੇ ਨਾਲ ਬੋਲਦੇ ਨੇ, ਜਿਸ ਸੰਕੀਰਨਤਾ ਨੂੰ ਤੱਜ ਕੇ ਬੋਲਦੇ ਨੇ ਜਿਸ ਤਰੀਕੇ ਦੇ ਨਾਲ ਵਾਜਪਾਈ, ਤਾਂ ਵਾਜਪਾਈ ਹੋਰਾਂ ਦਾ ਚਿਹਰਾ ਜਿਹੜਾ ਹੈ ਉਹ ਬਹੁਤ ਵੱਡਾ ਚਿਹਰਾ ਹੈ ਜੀ। ਸੈਕੰਡ, ਪ੍ਰਧਾਨ ਮੰਤਰੀ ਹੁੰਦਿਆਂ ਦੋ ਵੱਡੇ ਕੰਮ ਮੈਨੂੰ ਨਜ਼ਰ ਆ ਰਹੇ ਨੇ ਵਾਜਪਾਈ ਹੋਰਾਂ ਦੇ। ਦੇਖੋ, ਸਾਡੀਆਂ ਜਿਹੜੇ ਦੇਸ਼ ਨੇ ਉਹ ਵੱਡੀਆਂ ਤਾਕਤਾਂ ਨਾਲ ਮੱਥਾ ਲਾਉਣ ਵਾਲੇ ਨਹੀਂ ਹੈਗੇ, ਉਹਨਾਂ ਦੇ ਨਾਲ ਰਲ ਕੇ ਚੱਲ। ਤੁਸੀਂ ਅਮਰੀਕਾ ਰੂਸ ਨਾਲ ਕਿੱਥੇ ਮੱਥਾ ਲਾ ਲਓਗੇ? ਸੋ ਇੱਕ ਸਾਂਝ, ਇੱਕ ਬੈਲੈਂਸ ਬਣਾ ਕੇ ਚੱਲਣਾ ਹੁੰਦਾ ਹੈ। ਹਾਲਾਂਕਿ ਅਸੀਂ
ਉਹ ਮੁਲਕ ਹੈ ਜਿਨ੍ਹਾਂ ਨੇ ਨਾਨ ਅਲਾਈਨਮੈਂਟ ਦੀ ਨੀਤੀ, ਨਹਿਰੂ ਹੋਰਾਂ ਨੇ ਐਲਾਨ ਕਰ ਦਿੱਤਾ ਸੀ ਅਸੀਂ ਕਿਸੇ ਗੁੱਟ ਨਾਲ ਨਹੀਂ ਆ, ਅਸੀਂ ਨਾਨ ਅਲਾਈਨ ਹੈ, ਸਾਡਾ ਨਹੀਂ ਕਿਸੇ ਨਾਲ ਅਲਾਈਅੰਸ ਹੈਗਾ। ਭਾਵੇਂ ਬਣੀ ਰਹੀ ਸੀ ਰਸ਼ੀਆ ਦੇ ਨਾਲ ਜ਼ਿਆਦਾ ਨੇੜਤਾ ਸੀ, ਅਮਰੀਕਾ ਨਾਲ ਘੱਟ ਸੀ, ਫਿਰ ਜ਼ਾਰੀ ਤੌਰ ਤੇ ਕਹਿਣਾ ਬਹੁਤ ਵੱਡੀ ਗੱਲ ਸੀ, ਬਹੁਤ ਵੱਡੀ ਗੱਲ ਸੀ ਉਸ ਵੇਲੇ। ਗੁੱਟ ਨਿਰਲੇਪਤਾ ਦੀ ਨੀਤੀ ਲੈ ਕੇ ਆਉਣੀ ਉਸ ਵੇਲੇ ਬਹੁਤ ਵੱਡਾ ਅਕਸ ਬਣਿਆ ਸੀ ਭਾਰਤ ਦਾ ਜੀ। ਔਰ ਤੁਸੀਂ ਦੇਖੋ ਕਿ ਅਮਰੀਕਨ ਦਬਾਅ ਹੈ ਔਰ ਪੋਖਰਨ ਦੇ ਵਿੱਚ ਪਰਮਾਣੂ ਜਿਹੜੇ ਪ੍ਰੀਖਣ ਜਿਹੜਾ ਉਹ ਕੀਤਾ ਜਾ ਰਿਹਾ ਹੈ। ਵਾਜਪਾਈ ਜੀ ਦੀ ਨਿਗਰਾਨੀ ਹੇਠ ਹੈ, ਵਾਜਪਾਈ ਹੋਰੀ ਪ੍ਰਧਾਨ ਮੰਤਰੀ ਨੇ, ਔਰ ਕਿਵੇਂ ਉਹ ਅਮਰੀਕਾ ਪੂਰਾ ਨਿਗਾਹ ਰੱਖ ਰਿਹਾ ਆ, ਕਿਵੇਂ ਸੈਟੇਲਾਈਟ ਰਾਹੀਂ ਹੋ ਰਿਹਾ ਆ, ਕਿਸ ਤਰੀਕੇ ਨਾਲ ਸਾਡੇ ਫੌਜੀ ਮਸ਼ਕਾਂ ਕਰਦੇ ਨੇ ਔਰ ਪਰਮਾਣੂ ਪ੍ਰੀਖਣ ਸਫਲ ਕਰਕੇ ਦਿਖਾ ਦਿੰਦੇ ਨੇ। ਸਫਲ ਹੋ ਜਾਂਦਾ ਹੈ ਤੇ ਅਮਰੀਕਾ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਨੇ ਕਿ ਆਹ ਕੀ ਹੋ ਗਿਆ। ਸੈਕੰਡ ਬਹੁਤ ਵੱਡਾ ਇੱਕ ਡਿਸੀਜ਼ਨ ਉਸ ਵੇਲੇ ਡਾਕਟਰ ਅਬਦੁਲ ਕਲਾਮ ਆਜ਼ਾਦ ਹੋਰਾਂ ਨੂੰ ਰਾਸ਼ਟਰਪਤੀ ਬਣਾਏ ਜਾਣਾ ਹੈ ਜੀ। ਇੱਕ ਸਾਇੰਟਿਸਟ ਨੂੰ, ਇੱਕ ਵਿਗਿਆਨੀ ਨੂੰ, ਇੱਕ ਵਿਸ਼ਵ ਪ੍ਰਸਿੱਧ ਵਿਗਿਆਨੀ ਨੂੰ, ਵੱਡੇ ਮਨੁੱਖ ਨੂੰ ਬੀਜੇਪੀ ਦੇ ਵੱਲੋਂ, ਦੇਖੋ ਸਾਨੂੰ ਇਹ ਗੱਲ ਬਿਲਕੁਲ ਨਹੀਂ ਭੁੱਲਣੀ ਚਾਹੀਦੀ ਕਿ ਅਸੀਂ ਭਾਰਤ ਦੇ ਵਿੱਚ ਜਿਹੜੀ ਧਰਮ ਦੀ ਔਰ ਜਾਤ ਦੀ ਰਾਜਨੀਤੀ ਹਮੇਸ਼ਾ ਕਾਰਜਸ਼ੀਲ ਰਹੀ ਹੈ ਜੀ। ਔਰ ਬੀਜੇਪੀ ਵੱਲੋਂ ਔਰ ਵਿਗਿਆਨੀ ਦਾ, ਰਾਈਟਰ ਦਾ ਕੋਈ ਧਰਮ ਨਹੀਂ ਹੁੰਦਾ, ਕੋਈ ਜਾਤ ਨਹੀਂ ਹੁੰਦੀ, ਮਾਨਵਤਾ ਉਹਦੀ ਜਾਤ ਹੁੰਦੀ ਹੈ ਜੀ, ਮਨੁੱਖਤਾ ਉਹਦੀ ਜਾਤ ਹੁੰਦੀ ਹੈ। ਪਰ ਵਨ ਸ਼ੁੱਡ ਨੋ ਦਿਸ ਰਿਐਲਿਟੀ ਕਿ ਡਿਸਕ੍ਰਿਮੀਨੇਸ਼ਨ ਇਜ਼ ਦੇਅਰ ਜੀ, ਹੈ ਸਾਡੇ। ਕਲਾਮ ਹੋਰਾਂ ਦਾ ਇੱਕ ਮੈਂ ਤਾਂ ਹਿਚਕਚਾ ਰਿਹਾ ਇਹ ਕਹਿਣ ਨੂੰ ਕਿ ਉਹ ਇੱਕ ਮੁਸਲਿਮ ਪਰਿਵਾਰ 'ਚ ਜਨਮੇ ਸਨ। ਮੈਂ ਹੈਜ਼ੀਟੇਟ ਕਰ ਰਿਹਾ, ਮੈਨੂੰ ਲੱਗਦਾ ਮੈਂ ਇਹ ਮਤਲਬ ਬੇਅਦਬੀ ਵਾਲੀ ਗੱਲ ਕਰ ਰਿਹਾ ਕਿਉਂਕਿ ਜਿੱਡੇ ਵੱਡੇ ਉਹ ਲੋਕ ਸੀਗੇ। ਸਮੱਸਿਆ ਸਿਆਸਤਦਾਨਾਂ ਨੇ ਪੈਦਾ ਕਰ ਦਿੱਤੀ ਕਿ ਉਸ ਜ਼ਾਵੀਏ ਤੋਂ ਘੁੰਮ ਕੇ ਆਉਣਾ ਹੀ ਪੈਂਦਾ, ਜ਼ਾਵੀਏ ਤੋਂ ਘੁੰਮ ਕੇ ਆਉਣਾ। ਯੈਸ, ਔਰ ਉਹਨਾਂ ਦਾ ਰਾਸ਼ਟਰਪਤੀ ਬਣਾਏ ਜਾਣਾ ਨਾ ਜੀ, ਵਾਜਪਾਈ ਹੋਰਾਂ ਦੇ ਹਿੱਸੇ ਬਹੁਤ ਵਡਿਆਈ ਜਾਂਦੀ ਹੈ ਇਸ ਗੱਲ ਦੀ ਜੀ, ਬਹੁਤ ਵਡਿਆਈ ਜਾਂਦੀ ਹੈ। ਇੱਕ ਹਿਸਟੋਰੀਕਲ ਪਲ ਨੇ। ਫਿਰ ਜਿਸ ਵੇਲੇ ਗੁਜਰਾਤ ਦੰਗੇ ਹੋ ਰਹੇ ਨੇ ਤਾਂ ਉਸ ਵੇਲੇ ਨਰਿੰਦਰ ਮੋਦੀ ਵਾਜ਼ ਚੀਫ ਮਿਨਿਸਟਰ ਆਫ ਗੁਜਰਾਤ ਜੀ, ਉਸ ਵੇਲੇ ਵਾਜਪਾਈ ਹੋਰਾਂ ਦਾ ਇੱਕ ਸਟੇਜ ਤੋਂ, ਜਿੱਥੇ ਮੋਦੀ ਹੋਰੀ ਵੀ ਸਟੇਜ ਸਾਂਝੀ ਕਰ ਰਹੇ ਨੇ, ਵਾਜਪਾਈ ਹੋਰਾਂ ਦਾ ਇਹ ਕਹਿਣਾ ਕਿ ਤੂੰ ਰਾਜ ਧਰਮ ਨਹੀਂ ਨਿਭਾਇਆ ਜੀ। ਦੈਟ ਵਾਜ਼ ਆਲਸੋ ਉਹ ਐਡਾ ਵੱਡਾ ਕਮੈਂਟ ਸੀ ਜੀ। ਔਰ ਵਾਜਪਾਈ ਹੋਰੀ ਰਾਜ ਧਰਮ ਨਿਭਾਉਂਦੇ ਸੀ ਜੀ। ਸੋ ਇਹ ਹੁਣ ਉਹਨਾਂ ਨੂੰ ਆਵਾਜ਼ ਕਹਿਣਾ ਪੈ ਰਿਹਾ ਆ, ਚਲੇ ਗਏ ਨੇ। ਹੁਣੇ ਹੀ ਐਲਾਨ ਹੋਇਆ 2-3 ਮਿੰਟ ਪਹਿਲਾਂ ਹੀ ਉਹਨਾਂ ਦੀ ਡੈਥ ਦਾ ਸਾਰੇ ਮੀਡੀਆ ਨੇ ਐਲਾਨ ਕੀਤਾ ਹੈ ਜੀ। ਫਿਰ ਹੁਣ ਵਡਿਆਈ ਕੀ ਹੁੰਦੀ ਹੈ ਬੰਦੇ ਦੀ ਜਸਵੀਰ? ਸਾਡੇ ਦੇਖਿਆ ਤਵਾਂ ਹੀ ਨਹੀਂ ਮਰਦੀ, ਗੋਡੇ ਰਹਿ ਜਾਂਦੇ ਨੇ ਟਿਲ ਡੈਥ। ਉੱਠ ਨਹੀਂ ਹੁੰਦਾ, ਬੋਲ ਨਹੀਂ ਹੁੰਦਾ, ਪੋਲਿਟਿਕਸ ਦੇ ਵਿੱਚ ਹਿੱਸਾ ਲੈਣਾ ਹੀ ਨਹੀਂ ਛੱਡਦੇ ਜੀ। ਸੱਚ ਮੈਨ ਉਹ ਕਹਿੰਦਾ ਕਿ ਮੈਂ ਮੇਨ ਸਟ੍ਰੀਮ ਪੋਲਿਟਿਕਸ ਹਿੱਸਾ ਨਹੀਂ ਲਵਾਂਗਾ ਜੀ। ਉਸ ਤੋਂ ਬਾਅਦ ਤੁਸੀਂ ਸਿੰਗਲ ਖਬਰ ਨਹੀਂ ਦੇਖਦੇ ਉਹਨਾਂ ਦੀ ਪੋਲੀਟੀਕਲ। ਬਿਲਕੁਲ, ਉਹ ਆਇਆ ਬਿਮਾਰ ਰਹਿੰਦੇ ਨੇ ਜਾਂ ਨਹੀਂ ਰਹਿੰਦੇ ਨੇ, ਇੱਥੇ ਤਾਂ ਮੈਨੂੰ ਲੱਗਦਾ ਮਰੇ ਹੋਏ ਖਬਰ ਲਵਾ ਜਾਂਦੇ ਨੇ ਆਪਣੀ ਪੋਲੀਟੀਕਲ ਖਬਰ ਜਿਹੜੀ ਆ। ਸਾਡੇ ਜੋ ਹਾਲਤ ਹੈ ਬਹੁਤ ਜ਼ਬਰਦਸਤ ਪਰਸਨੈਲਿਟੀ ਸੀ ਕਿ ਉਹਨਾਂ ਦਾ ਹਰ ਜਿਹੜਾ ਕੀਤਾ ਹੋਇਆ ਕੰਮ ਆ ਉਹ ਆਪਣੇ ਆਪ ਮੂੰਹੋਂ ਬੋਲਦਾ, ਬੋਲਣ ਦੀ ਜ਼ਰੂਰਤ ਨਹੀਂ। ਤੇ ਜਦੋਂ ਉਹ ਬੋਲਦੇ ਸੀਗੇ ਤੇ ਲੋਕ ਸੁਣਦੇ ਸੀ ਆਪਣੇ ਸਾਹ ਰੋਕ ਕੇ ਵੀ, ਕਿਉਂਕਿ ਕਵੀ ਸੀਗੇ। ਤੇ ਇੱਕ ਉਹਨਾਂ ਦੀ ਕਵਿਤਾ ਦੀਆਂ 2 ਕੁ ਸਤਰਾਂ ਮੇਰੇ ਜ਼ਿਹਨ ਦੇ ਵਿੱਚ ਇਸ ਵੇਲੇ ਆ ਰਹੀਆਂ ਨੇ, ਪੰਜਾਬੀ 'ਚ ਤਰਜਮਾ ਕਰਕੇ ਮੈਂ ਉਹਨਾਂ ਸਤਰਾਂ ਨੂੰ ਦੁਹਰਾਵਾਂਗਾ। ਤੇ ਉਹ ਗੱਲ ਕਰਦੇ ਹੋਏ ਆਪਣੀ ਕਵਿਤਾ ਦੇ ਵਿੱਚ ਕਹਿੰਦੇ ਆ ਕਿ ਮੈਂ ਹੁਣ ਬੁੱਢਾ ਹੋ ਗਿਆ ਆ ਕਿਉਂਕਿ ਮੇਰੀ ਦੂਰ ਦੀ ਨਜ਼ਰ ਕਮਜ਼ੋਰ ਹੋ ਗਈ ਹੈ, ਪਰ ਦੂਰ ਮੱਚਦੇ ਭਾਂਬੜ ਤਾਂ ਮੈਨੂੰ ਨਜ਼ਰ ਆਉਂਦੇ ਆ, ਪਰ ਪੈਰਾਂ ਦੇ ਵਿੱਚ ਸੁਲਗਦੀ ਰਾਖ ਨਜ਼ਰ ਨਹੀਂ ਆ ਰਹੀ, ਉਹਦਾ ਅਹਿਸਾਸ ਮੈਨੂੰ ਨਹੀਂ ਹੋ ਰਿਹਾ, ਮੈਂ ਸ਼ਾਇਦ ਬੁੱਢਾ ਹੋ ਗਿਆ। ਕਿਆ ਸੱਚ ਹੈ ਕਿ ਇਸ ਸਤਰ ਜਿਹੜੀ ਆ ਉਹ ਬਹੁਤ ਕਹਿੰਦੀ ਇਹ ਕਵਿਤਾ ਬਹੁਤ ਕੁਝ ਕਹਿ ਰਹੀ ਹੈ ਕਿ ਅਸੀਂ ਜਿਹੜੇ ਆ ਉਹ ਨਿੱਜ ਤੱਕ ਸੀਮਤ ਹੋ ਗਏ ਆ, ਦੂਜਿਆਂ ਦੀਆਂ ਖਾਮੀਆਂ ਲੱਭਣ ਦੇ ਵਿੱਚ ਲੱਗੇ ਰਹਿੰਦੇ ਆ, ਆਪਣੀਆਂ ਖਾਮੀਆਂ ਜਿਹੜੀਆਂ ਕਦੀ ਉਹਨਾਂ ਵੱਲ ਨਜ਼ਰ ਨਹੀਂ ਦੇਖਦੇ ਇੱਕ ਵਾਰੀ ਘੁਮਾ ਕੇ। ਅਨੰਦ ਜੀ, ਇੱਕ ਮੈਨੂੰ ਹੋਰ ਵਾਕਿਆ ਯਾਦ ਆ ਰਿਹਾ, ਜਦੋਂ ਉਹ ਸਦਨ ਦੇ ਵਿੱਚ ਬੋਲ ਰਹੇ ਸੀਗੇ ਤੇ ਇੱਕ ਪਾਸੇ ਅਸੀਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਇੱਥੇ ਜ਼ਿਕਰ ਕਰ ਲੈਂਦੇ ਕਿਉਂਕਿ ਉਹ ਵੀ ਬੀਜੇਪੀ ਵੱਲੋਂ ਸੀ, ਵਾਜਪਾਈ ਸਾਹਿਬ ਵੀ ਤੇ ਇਹ ਵੀ ਬੀਜੇਪੀ ਵੱਲੋਂ ਨੇ। ਇਹਨਾਂ ਦਾ ਹਰ ਭਾਸ਼ਣ ਸ਼ੁਰੂ ਕਾਂਗਰਸ ਦੀ ਨਿੰਦਾ ਤੋਂ ਹੁੰਦਾ ਤੇ ਖਤਮ ਕਾਂਗਰਸ ਦੀ ਨਿੰਦਾ ਤੋਂ ਹੁੰਦਾ ਆ। ਇਹ ਵੀ ਕਿਹਾ ਜਾਂਦਾ 70 ਸਾਲਾਂ 'ਚ ਹੋਇਆ ਕੁਝ ਨਹੀਂ, ਪਰ ਵਾਜਪਾਈ ਸਾਹਿਬ ਦਾ ਉਹ ਵੀਡੀਓ ਜਿਹੜਾ ਵਾਇਰਲ ਹੋ ਰਿਹਾ ਖਾਸਾ YouTube ਤੇ ਪਿਆ ਇਸ ਵੇਲੇ,
ਉਹਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਇਹ ਕਹਿ ਕੇ ਪਿਛਲੀਆਂ ਸਰਕਾਰਾਂ ਦੇ ਕੀਤੇ ਕਿਰਾਏ ਤੇ ਪਾਣੀ ਨਹੀਂ ਫੇਰਨਾ ਕਿ ਇਹਨਾਂ ਨੇ ਕੀਤਾ ਕੁਝ ਨਹੀਂ ਆ, ਬਹੁਤ ਕੁਝ ਕੀਤਾ ਆ, ਅਸੀਂ ਉਹਦੇ ਤੋਂ ਅੱਗੇ ਕਦਮ ਜਿਹੜੇ ਆ ਉਹ ਵਧਾਉਣੇ ਆ, ਅਸੀਂ ਪਹਿਲਾਂ ਕੀਤੇ ਉਹਨਾਂ ਦੀ ਮਹਾਨਤਾ ਕੀਤੇ ਕੰਮਾਂ ਦੀ ਖਤਮ ਨਹੀਂ ਕਰਨਾ ਚਾਹੁੰਦੇ। ਸੋ ਉਹ ਜਿਹੜੀ ਚਿਣਕ ਸੀ ਵਾਜਪਾਈ ਹੋਰਾਂ ਦੇ ਦਰਮਿਆਨ, ਲੱਗਦਾ ਤੁਹਾਨੂੰ ਬੀਜੇਪੀ ਦੇ ਵਿੱਚ ਕੋਈ ਹੋਰ ਲੀਡਰ ਇਹੋ ਜਿਹਾ ਹੈ ਜਿਹੜਾ ਉਹਨਾਂ ਵਰਗਾ ਨਹੀਂ ਪਰ ਘੱਟੋ ਘੱਟ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਵਾਲਾ, ਉਹਨਾਂ ਦੀ ਪਰਸਨੈਲਿਟੀ ਦੀ ਚਿਣਗ ਲੈ ਕੇ ਥੋੜਾ ਬਹੁਤਾ ਕੰਮ ਕਰਨ ਵਾਲਾ ਜਾਂ ਉੱਦਾਂ ਦੀ ਸੋਚ ਰੱਖਣ ਵਾਲਾ ਕੋਈ ਲੀਡਰ ਬੀਜੇਪੀ ਦੇ ਵਿੱਚ ਇਸ ਵੇਲੇ ਹੋਵੇ? ਹੈ ਤੁਹਾਨੂੰ ਨਜ਼ਰ ਆ ਰਿਹਾ ਉਹਨਾਂ ਦਾ ਸਰਪ੍ਰਸਤ ਕੋਈ? ਤਸਵੀਰ ਜੇ ਅਸੀਂ ਹੁਣ ਪਿਛਲੇ 4-5 ਸਾਲ ਦੀ ਗੱਲ ਕਰੀਏ ਨਾ, ਜਾਂ ਵਾਜਪਾਈ ਜੀ ਦੇ ਸ਼ਾਸਨ ਤੋਂ ਬਾਅਦ, ਤਾਂ ਉਹ ਇੱਕ ਇਹਦਾ ਹੀ ਖਤਮ ਹੋ ਚੁੱਕੀ ਹੈ। ਇਸ ਵੇਲੇ ਜਦੋਂ ਅਸੀਂ ਬੀਜੇਪੀ ਦੇ ਵੱਖ-ਵੱਖ ਲੀਡਰਸ ਨੂੰ ਇਨਕਲੂਡਿੰਗ ਨਰਿੰਦਰ ਮੋਦੀ ਦੇਖਦੇ ਆ, ਤਾਂ ਉਸ ਪਰਸਨੈਲਿਟੀ ਦੇ ਉਸ ਕੱਦ ਦੇ ਬਰਾਬਰ ਦਾ ਸਾਨੂੰ ਬੀਜੇਪੀ 'ਚ ਕੋਈ ਨੇਤਾ ਨਹੀਂ ਲੱਗਦਾ। ਸਾਨੂੰ ਕੁੰਠਾਂ ਦੇ ਸ਼ਿਕਾਰ ਬੰਦੇ ਲੱਗਦੇ। ਨਾਟ ਓਨਲੀ ਇਨ ਬੀਜੇਪੀ, ਕਾਂਗਰਸ ਵਿੱਚ ਵੀ ਆਪਾਂ ਨੂੰ ਇਸ ਤਰ੍ਹਾਂ ਦੇ ਸਮਾਜਵਾਦੀ ਪਾਰਟੀ ਦੇ, ਅਸੀਂ ਜੇ ਪੰਜਾਬ ਦੇ ਜਾਂਦੇ ਆ ਤਾਂ ਸਾਨੂੰ ਅਕਾਲੀ ਦਲ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਜਿਹੜੇ ਬੰਦੇ ਲੱਭਦੇ ਨੇ ਜਿਹੜੇ ਨਿੱਜ ਤੱਕ ਹੀ ਸੀਮਤ ਨੇ ਔਰ ਪਰਸਨਲ ਲੜਾਈਆਂ ਲੜ ਰਹੇ ਨੇ, ਜਿਹੜੀ ਆ ਲੋਕ ਹਿੱਤ ਬਾਰੇ ਕੁਝ ਨਹੀਂ ਕਰਦੇ ਪਏ। ਔਰ ਜਿਸ ਵੀ ਮੈਂ ਕੁਝ ਇੱਕ ਗੱਲਾਂ ਜਿਹੜੀਆਂ ਨੇ, ਕੁਝ ਇੱਕ ਇਨਸੀਡੈਂਟ ਜਿਹੜੇ ਨੇ ਵਾਜਪਾਈ ਦੀ ਜ਼ਿੰਦਗੀ ਨਾਲ ਸੰਬੰਧਿਤ, ਉਹ ਮੈਂ ਚਾਹੁੰਦਾ ਵੀ ਡਿਸਕਸ ਕੀਤੇ ਜਾਣ। ਵੀ ਪਹਿਲੀ ਤਸਵੀਰ ਜਦੋਂ ਬੀਜੇਪੀ ਦੀ ਗੱਲ ਆਉਂਦੀ ਹੈ ਜਾਂ RSS ਦੀ ਗੱਲ ਆਉਂਦੀ ਹੈ, ਤਾਂ ਵੱਖ-ਵੱਖ ਪਰਸਨੈਲਿਟੀਜ਼ ਦੇ ਵਿੱਚ ਸਾਵਰਕਰ ਦੀ ਗੱਲ ਆਉਂਦੀ ਹੈ, ਦੀਨ ਦਿਆਲ ਉਪਾਧਿਆਏ ਦੀ ਗੱਲ ਆਉਂਦੀ ਹੈ, ਔਰ ਵਾਜਪਾਈ ਜੀ ਦੀ ਵੀ ਗੱਲ ਆਉਂਦੀ ਹੈ, ਕਿਉਂਕਿ ਇਹ ਉਹ ਫਕਰ ਬੰਦਿਆਂ ਵਿੱਚੋਂ ਸਨ ਜਿਹੜੇ ਸ਼ੁਰੂਆਤੀ ਲੋਕਾਂ ਦੇ ਵਿੱਚੋਂ ਸਨ। ਤਾਂ ਤਸਵੀਰ 1924 'ਚ ਇਹਨਾਂ ਦਾ ਜਨਮ ਹੁੰਦਾ ਆ, ਔਰ 1942 ਦੇ ਵਿੱਚ ਕੁਇਟ ਇੰਡੀਆ ਮੂਵਮੈਂਟ ਜਦੋਂ ਚੱਲਦੀ ਆ, ਤਾਂ ਇਹ ਆਪਣੇ ਬ੍ਰਦਰ ਦੇ ਨਾਲ ਉਸ ਮੂਵਮੈਂਟ ਵਿੱਚ ਹਿੱਸਾ ਲੈਂਦੇ ਨੇ। ਔਰ ਕਹਿਣ ਦਾ ਭਾਵ ਸਿੰਪਲੀ ਇਹ ਵੀ 18 ਸਾਲ ਦੀ ਉਮਰ ਸੀ ਇਹਨਾਂ ਦੀ। ਔਰ ਤਸਵੀਰ ਇਹ ਬਾਰ-ਬਾਰ ਇੱਕ ਕੁਐਸਚਨ ਜਿਹੜਾ ਨਾ ਉਠਾਇਆ ਜਾਂਦਾ ਆ ਜੀ, ਭਾਈ ਉਸ ਵੇਲੇ ਇਹਨਾਂ ਨੂੰ 23 ਦਿਨ ਦੀ ਜਿਹੜੀ ਜੇਲ੍ਹ ਦੀ ਸਜ਼ਾ ਹੋਈ ਸੀ, ਤਾਂ ਇਹਨਾਂ ਨੇ ਰਿਟਨ ਦੇ ਵਿੱਚ ਲਿਖ ਕੇ ਦਿੱਤਾ ਸੀ ਵੀ ਸਾਨੂੰ ਮਾਫੀ ਦਿੱਤੀ ਜਾਵੇ, ਅਸੀਂ ਭਵਿੱਖ ਵਿੱਚ ਬ੍ਰਿਟਿਸ਼ ਰੂਲ ਦੇ ਖਿਲਾਫ ਕੋਈ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਕਰਾਂਗੇ ਜਿਹੜੀ ਬ੍ਰਿਟਿਸ਼ ਰੂਲ ਦੇ ਖਿਲਾਫ ਰਹੇਗੀ ਜੀ। ਹੁਣ ਤਸਵੀਰ ਇਸ ਮੁੱਦੇ ਨੂੰ ਬਾਰ-ਬਾਰ ਉਠਾਇਆ ਜਾਂਦਾ ਹੈ। ਅਸੀਂ ਸੋਸ਼ਲ ਮੀਡੀਆ ਵਿੱਚ ਜਦੋਂ ਗੱਲ ਚੱਲਦੀ ਹੈ ਤੇ ਇਹ ਆਉਂਦੀ ਹੈ ਜਿਹਦੇ ਪਹਿਲੀ ਗੱਲ ਤਸਵੀਰ 18 ਸਾਲ ਦਾ ਮੁੰਡਾ ਸੀ ਉਸ ਵੇਲੇ, ਔਰ ਦੇਸ਼ ਭਗਤੀ ਦੀ ਭਾਵਨਾ ਸੀ, ਉਨੀ ਮੈਚਿਓਰਿਟੀ ਸ਼ਾਇਦ ਨਹੀਂ ਹੋਏਗੀ। ਔਰ ਪਰ ਜਦੋਂ ਅਸੀਂ ਉਹਨਾਂ ਨੂੰ ਹੁਣ ਤੱਕ ਟਿਲ 16 ਅਗਸਤ 2018 ਤੱਕ ਦੇਖਦੇ ਹਾਂ, ਤਾਂ ਉਹ ਜਿਹੜੀ 18 ਸਾਲ ਵਾਲੀ ਗੱਲ ਆ, ਉਹ ਕਿਤੇ ਵੀ ਨਹੀਂ ਹੁਣ ਸਾਨੂੰ ਉਹਨਾਂ ਦੀ ਪਰਸਨੈਲਿਟੀ 'ਚ ਲੱਗਦੀ। ਇੱਕ ਉਹਨਾਂ ਦਾ ਕੱਦ ਬਹੁਤ ਵੱਡਾ ਹੋ ਜਾਂਦਾ। ਮੈਂ ਨਜ਼ਮਾ ਹਪਤੁੱਲਾ ਉਹਨਾਂ ਦਾ ਇੰਟਰਵਿਊ ਦੇਖ ਰਿਹਾ ਸੀ, ਤਾਂ ਉਹ ਕੀ ਕਹਿ ਰਹੇ ਨੇ, ਭਾਈ ਮੁਸ਼ਰਫ ਦੇ ਮਿਸਿਸ ਨੇ ਕੋਈ ਫੰਕਸ਼ਨ ਕਰਨਾ ਆ, ਤਾਂ ਉਹ ਇੱਥੋਂ ਬੁਲਾਉਂਦੇ ਨੇ ਭਾਰਤ ਸਰਕਾਰ ਨਾਲ, ਵਾਜਪਾਈ ਜੀ ਨਾਲ ਗੱਲ ਹੁੰਦੀ ਹੈ, ਤਾਂ ਵਾਜਪਾਈ ਜੀ ਕੀ ਕਰਦੇ ਨੇ, ਨਜ਼ਮਾ ਹਪਤੁੱਲਾ ਉਹਨਾਂ ਨੂੰ ਬੁਲਾਉਂਦੇ ਨੇ ਜੀ। ਤੇ ਕਿਸ ਤਰ੍ਹਾਂ ਬੁਲਾਉਂਦੇ ਨੇ, ਕਹਿੰਦੇ ਮੈਨੂੰ ਕਹਿੰਦੇ ਸਭ ਤੁਸੀਂ ਸਾਡੇ ਕੋਲ ਆਓ, ਕੁਛ ਆਪਾਂ ਗੱਲਾਂ ਕਰਨੀਆਂ ਨੇ। ਔਰ ਨਜ਼ਮਾ ਹਪਤੁੱਲਾ ਉਸ ਵੇਲੇ ਕਾਂਗਰਸ ਵਿੱਚ ਸਨ ਜੀ। ਤਾਂ ਕੀ ਹੁੰਦਾ ਆ, ਕਹਿੰਦੇ ਸੈਂਸ ਵੀ ਹਿਊਮਰ ਉਹਨਾਂ ਦਾ, ਔਰ ਸਾਹਮਣੇ ਵਾਲੇ ਨੂੰ ਕਾਂਗਰਸ ਔਰ ਬੀਜੇਪੀ ਇੱਕ ਦੂਜੇ ਦੇ ਟੋਟਲੀ ਓਪੋਜ਼ਿਟ ਆ, ਔਰ ਕਹਿੰਦੇ ਨੇ ਕਿ ਮੁਸ਼ਰਫ ਜੀ ਦੇ ਮਿਸਿਸ ਦਾ ਇਸ ਤਰ੍ਹਾਂ ਗੱਲ ਹੈ ਤੇ ਸਾਡੇ ਚੋਂ ਵੀ ਕੋਈ ਮਿਸਿਸ ਜਾਣੀ ਚਾਹੀਦੀ ਹੈ। ਤੇ ਕਹਿੰਦੇ ਮੈਂ ਮਜ਼ਾਕ ਨਾਲ ਕਹਿੰਦੀ ਹਾਂ ਕਿ ਦੇਖੋ ਜੀ ਤੁਸੀਂ ਵੀ ਅਨਮੈਰਿਡ ਤੇ ਸਾਡੇ ਰਾਸ਼ਟਰਪਤੀ ਕਲਾਮ ਸਾਹਿਬ ਵੀ ਅਨਮੈਰਿਡ ਹੱਸਣ ਲੱਗ ਪਏ, ਪਰ ਕਹਿੰਦੇ ਤੁਸੀਂ ਦੇਖੋ, ਤੁਸੀਂ ਇਸ ਵੇਲੇ ਭਾਰਤ ਸਰਕਾਰ, ਭਾਰਤ ਜਿਹੜੀ ਕੰਟਰੀ ਆ, ਉਹਦਾ ਤੁਸੀਂ ਪ੍ਰਤੀਨਿਧਤਾ ਕਰਨੀ ਆ, ਔਰ ਅਸੀਂ ਚਾਹੁੰਦੇ ਆ, ਮੈਂ ਚਾਹੁੰਦਾ ਆ ਕਿ ਤੁਸੀਂ ਇਸ ਕੰਮ ਲਈ ਤੁਸੀਂ ਉੱਥੇ ਜਾਓ, ਔਰ ਸਾਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ। ਕਿ ਜਸਵੀਰ ਇਸ ਵੇਲੇ ਉਹ ਗੱਲਾਂ ਹੈ ਜੀ, ਜਿਹੜਾ ਤੁਹਾਡਾ ਸਵਾਲ ਸੀ ਜਸਵੀਰ ਜੀ, ਉਹ ਆਉਂਦੇ ਆ, ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਔਰ ਜਦੋਂ ਗੱਲ ਕਰਦੇ ਨੇ ਤਾਂ ਦਵੇਸ਼ ਉਹਨਾਂ ਦੀ ਭਾਸ਼ਾ 'ਚ ਕਿਤੇ ਨਹੀਂ ਹੈ। ਔਰ ਜਿਹੜੀ ਤੁਸੀਂ ਕਵਿਤਾ ਦੀ ਗੱਲ ਕੀਤੀ, ਉਹ ਕਵੀ ਹੈ, ਮੈਂ ਵੀ ਕਵੀ ਹਾਂ, ਮੈਨੂੰ ਵੀ ਕਵਿਤਾ ਲਿਖਣ ਦਾ, ਪੜ੍ਹਨ ਦਾ ਸ਼ੌਂਕ ਆ, ਤੇ ਮੈਂ ਉਹਨਾਂ ਦੀ ਕਵਿਤਾਵਾਂ ਨੂੰ ਪੜ੍ਹਦਾ ਹੁੰਦਾ ਜੀ। ਕਿਆ ਗਹਿਰੇ ਇਨਸਾਨ, ਜਿਸ ਕਵਿਤਾ ਦਾ ਤੁਸੀਂ ਹੁਣ ਇਸ ਵੇਲੇ ਜ਼ਿਕਰ ਕੀਤਾ ਆ, ਉਹ ਜਿਹਨੂੰ ਅਸੀਂ ਇਸ ਵੇਲੇ ਵੀ ਦੇਖ ਰਹੇ ਤਸਵੀਰ, ਤਾਂ ਬੀਜੇਪੀ ਦੇ ਉੱਪਰ ਪੂਰੀ ਤਰ੍ਹਾਂ ਢੁਕਦੀ ਹੈ, ਪੂਰੀ ਤਰ੍ਹਾਂ ਢੁਕਦੀ ਹੈ। ਨੋਟ ਓਨਲੀ ਬੀਜੇਪੀ, ਸਾਰੀਆਂ ਪਾਰਟੀਆਂ ਦੇ ਉੱਪਰ, ਸਾਡੇ ਤੁਹਾਡੇ ਦੇ ਵੀ ਇਹ ਬਿਲਕੁਲ ਕਿੰਨੀ ਦੂਰਦਰਸ਼ਤਾ ਸੀ ਉਹਦੀ। ਔਰ ਇਹੋ ਹੀ ਕਾਰਨ ਸੀ ਵੀ ਉਹ ਪ੍ਰਾਈਮ ਮਿਨਿਸਟਰ ਸਨ, ਸਟੇਟਮੈਨ ਸਨ, ਪਰ ਉਹ ਇੱਕ ਮਨੁੱਖ ਸਨ, ਇੱਕ
ਹਿਊਮਨ ਬੀਇੰਗ ਦੇ ਤੌਰ ਤੇ ਉਹ ਵਿਚਰਦੇ ਨੇ। ਇਹੋ ਹੀ ਕਾਰਨ ਆ ਵੀ ਉਹ ਪਾਕਿਸਤਾਨ ਨਾਲ ਗਲਵਕੜੀ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਐਜ਼ ਏ ਹਮਸਾਏ ਉਹਨਾਂ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਭਾਵੇਂ ਕਿ ਉਹਨਾਂ ਦਾ ਜਿਹੜਾ ਵਿਸ਼ਵਾਸ ਸੀ ਉਹ ਤੋੜ ਦਿੱਤਾ ਜਾਂਦਾ ਆ। ਪਰ ਹੁਣ ਤੁਸੀਂ ਬਾਈ ਐਂਡ ਲਾਰਜ ਦੀ ਲਾਸਟ ਗੱਲ ਇਹੋ ਹੀ ਆਏਗੀ, ਇਸ ਵੇਲੇ ਜੇ ਅਸੀਂ ਵਾਜਪਾਈ ਜੀ ਦੇ ਪ੍ਰਧਾਨ ਮੰਤਰੀ ਕਾਲ ਔਰ ਨਰਿੰਦਰ ਮੋਦੀ, ਕਿਉਂਕਿ ਵਾਜਪਾਈ ਜੀ ਨੇ ਪੂਰੇ 5 ਸਾਲ ਬਿਤਾਏ ਸੀ ਔਰ ਨਰਿੰਦਰ ਮੋਦੀ ਵੀ 5 ਸਾਲ ਬਿਤਾਉਣ ਦੇ ਪੂਰੇ ਉੱਤੇ ਨੇ, ਤਾਂ ਜ਼ਮੀਨ ਅਸਮਾਨ ਦਾ ਫਰਕ ਆ। ਹੁਣ ਜੇ ਇਹੋ ਹੀ ਸਰਕਾਰ ਉਸ ਵੇਲੇ ਹੁੰਦੀ, ਇਹ ਬੰਦੇ ਉਸ ਵੇਲੇ ਹੁੰਦੇ, ਤਾਂ ਭਾਰਤ ਦਾ ਹੁਲੀਆ ਅਜੀਬ ਤਰ੍ਹਾਂ ਦਾ ਹੋਣਾ ਸੀ ਜੀ। ਮੈਂ ਵਾਜਪਾਈ ਜੀ ਕਾਲੀ ਜੀ ਨੇ 2 ਉਹਨਾਂ ਦੀਆਂ ਪ੍ਰਾਪਤੀਆਂ ਗਿਣਾਈਆਂ ਨੇ, ਮੈਂ ਤੀਸਰੀ ਪ੍ਰਾਪਤੀ ਦੇ ਵਿੱਚ ਇਹ ਪਾਵਾਂਗਾ ਕਿ ਜਿਹੜਾ ਇਸ ਵੇਲੇ ਪੋਲਰਾਈਜੇਸ਼ਨ ਹੋਇਆ ਭਾਰਤੀ ਲੋਕਾਂ ਦਾ, ਜਿਹੜੀ ਇਸ ਵੇਲੇ ਮਾਈਨੋਰਟੀਜ਼ ਔਰ SC ST ਦੇ ਵਿੱਚ ਜਿਹੜੀ ਔਰ OBC ਦੇ ਵਿੱਚ ਜਿਹੜੀ ਸੁਰੱਖਿਆ ਆ, ਉਹ ਵਾਜਪਾਈ ਜੀ ਦੇ ਸ਼ਾਸਨ 'ਚ ਆਉਣ ਨਾਲ ਕੋਈ 15 20 ਸਾਲ 25 ਸਾਲ ਅੱਗੇ ਪੈ ਗਈ ਜੀ। ਇਹ ਵੀ ਉਹਨਾਂ ਦੀ ਪ੍ਰਾਪਤੀ ਆ, ਚਾਹੇ BJP ਦੀ ਜਾਂ ਉਹਨਾਂ ਜਿਹੜੇ ਰੈਡੀਕਲਸ ਲੋਕਾਂ ਦੀ ਸਰਕਾਰ ਸੀ, ਪਿੱਛੇ ਜਨਸੰਘ ਸੀ, ਪਿੱਛੇ RSS ਸੀ, ਸਭ ਕੁਝ ਸੀ, ਪਰ ਵਾਜਪਾਈ ਜੀ ਦੀ ਖੂਬਸੂਰਤੀ ਰਹੀ ਵੀ ਉਹਨਾਂ ਨੇ ਆਪਣੇ 50 ਸਾਲਾਂ ਦੇ ਵਿੱਚ ਇਹਨਾਂ ਸ਼ਕਤੀ ਨੂੰ ਉੱਭਰ ਨਹੀਂ ਦਿੱਤਾ। ਉਹ ਪੂਰੇ ਭਾਰਤ ਦੇ ਜਿਹੜੇ ਬਿਲਕੁਲ ਇੱਕ ਸਹਿਜਤਾ ਜਿਹੜੀ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਸੀ, ਮੈਂ ਅਕਸਰ ਉਹਦੇ ਤੋਂ ਮੁਤਾਸਰ ਰਿਹਾ ਹਾਂ। ਉਹ ਭਾਸ਼ਣ ਦਿੰਦਿਆਂ ਹੋਇਆਂ ਕਦੀ ਗੱਲ ਕਰਦਿਆਂ 1-1 2-2 ਮਿੰਟ ਦਾ ਵਿੱਚ ਪੌਜ਼ ਤੱਕ ਦੇ ਜਾਂਦੇ ਸੀਗੇ, ਪਰ ਉਹ ਪੌਜ਼ ਕਦੀ ਵੀ ਖਲਦਾ ਨਹੀਂ ਸੀਗਾ। ਕਦੀ ਵੀ ਇਹ ਨਹੀਂ ਅਹਿਸਾਸ ਹੁੰਦਾ ਸੀਗਾ ਕਿ ਸ਼ਾਇਦ ਕੁਝ ਭੁੱਲ ਗਿਆ, ਇਹਨਾਂ ਨੂੰ ਯਾਦ ਕਰਨ ਲੱਗ ਪਿਆ। ਨਹੀਂ, ਉਹਨਾਂ ਦਾ ਉਹ ਪੌਜ਼ ਵੀ ਬਹੁਤ ਗੱਲਾਂ ਕਹਿ ਜਾਂਦਾ ਸੀ। ਇਹ ਉਹਨਾਂ ਦੀ ਖਾਸੀਅਤ ਸੀ, ਕਿਉਂਕਿ ਇੱਕ ਸਹਿਜਤਾ ਉਹਨਾਂ ਦੀ ਅਵਸਥਾ ਦੇ ਵਿੱਚ ਵੀ ਸੀ, ਉਹਨਾਂ ਦੇ ਮਨ ਦੇ ਅੰਦਰ ਵੀ ਸੀਗੀ, ਔਰ ਸਾਫ਼ ਤੇ ਸ਼ਫਾਫ ਤਰੀਕੇ ਦੇ ਨਾਲ ਉਹ ਗੱਲ ਆਪਣੀ ਕਹਿ ਜਾਂਦੇ ਸੀਗੇ। ਪਰ ਇਸ ਸਮੇਂ ਸ਼ਾਇਦ ਸਾਡੇ ਲੀਡਰਾਂ ਦੇ ਵਿੱਚ ਉਹ ਸਹਿਜਤਾ ਨਜ਼ਰ ਨਹੀਂ ਆਉਂਦੀ ਜੋ ਅਟਲ ਬਿਹਾਰੀ ਵਾਜਪਾਈ ਹੋਰਾਂ ਦੇ ਵਿੱਚ ਹੋਇਆ ਕਰਦੀ ਸੀ। ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ ਸਾਡੇ ਲੀਡਰਾਂ ਨੂੰ, ਘੱਟੋ ਘੱਟ ਸਹਿਜਤਾ ਉਹ ਲਿਆਉਣ ਦੀ ਬਹੁਤ ਜ਼ਰੂਰਤ ਹੈ। ਇਹੀ ਅਸਹਿਜਤਾ ਦਾ ਕਾਰਨ ਹੈ ਕਿ ਅਟਲ ਬਿਹਾਰੀ ਵਾਜਪਾਈ ਸਾਹਿਬ ਹੋਰਾਂ ਦੀ ਮੌਤ ਦਾ ਬੁਲੇਟਿਨ ਜਿਹੜਾ ਹੈ, ਮੈਡੀਕਲ ਬੁਲੇਟਿਨ, ਉਹ 5:30 ਵਜੇ ਸ਼ਾਮ ਨੂੰ ਜਾ ਕੇ ਜਾਰੀ ਕੀਤਾ ਜਾਂਦਾ ਹੈ, ਤੇ ਦੁਪਹਿਰ ਸਮੇਂ ਸੰਧੂ ਸਾਹਿਬ ਸਾਡੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਹੋਰੀ ਤੇ ਜਿਹੜੇ ਤ੍ਰਿਪੁਰਾ ਦੇ ਰਾਜਪਾਲ ਨੇ ਤਥਾਗਤ ਰਾਏ, ਉਹ ਸ਼ਰਧਾਂਜਲੀ ਵੀ ਭੇਂਟ ਕਰ ਦਿੰਦੇ ਨੇ, ਜਦ ਕਿ ਤਦ ਤੱਕ ਵਾਜਪਾਈ ਸਾਹਿਬ ਹੋਰਾਂ ਦੇ ਮਰਨ ਦੀ ਕੋਈ ਖਬਰ ਜਨਤਕ ਨਹੀਂ ਹੋਈ ਹੁੰਦੀ। ਦੇਖੋ ਇੱਥੇ ਆਪਾਂ ਇੱਕ ਚੀਜ਼ ਹੋਰ ਕਲੀਅਰ ਕਰੀਏ ਕਿ ਕੁਝ ਚੈਨਲ ਨੇ, ਉਹਨਾਂ ਦੀ ਖਬਰ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ਅਗਰ ਮੀਡੀਆ ਨੇ ਕੁਐਸਚਨ ਕੀਤਾ ਜਾਂ ਫਿਰ ਉਹਨਾਂ ਨੇ ਉਹ ਖਬਰ ਦੇਖੀ ਹੋਏਗੀ, ਸ਼ਾਇਦ ਹੋ ਸਕਦਾ ਹੈ ਕਿ ਉੱਥੋਂ ਉਹਨਾਂ ਨੂੰ ਇਨਪੁਟ ਮਿਲਿਆ ਹੋਵੇ, ਫਿਰ ਉਸ ਤੋਂ ਬਾਅਦ ਉਹਨਾਂ ਨੇ ਨਹੀਂ ਪਰ ਮੈਂ ਸਹਿਜਤਾ ਦੀ ਗੱਲ ਕਰਦੇ ਹਾਂ, ਉਹਨੂੰ ਥੋੜਾ ਜਿਹਾ ਜਾਂਚਿਆ ਪਰਖਿਆ ਵੀ ਜਾ ਸਕਦਾ ਸੀਗਾ, ਥੋੜਾ ਠਹਿਰਾਓ ਹੋਣਾ ਚਾਹੀਦਾ ਸੀ ਕਿ ਅਸੀਂ ਖਬਰ ਦੇਖਦੇ ਹਾਂ। ਇਹੀ ਚੀਜ਼ ਤਾਂ ਇਸ ਵੇਲੇ ਮੁਲਕ ਨੂੰ ਜਿਹੜੀ ਉਹ ਨਿਗਾਰ ਵੱਲ ਲਿਜਾ ਰਹੀ ਹੈ ਕਿ ਬਿਨਾਂ ਦੇਖਿਆ ਸੋਚਿਆ ਪਰਖਿਆ ਕਿਸੇ ਵੀ ਖਬਰ ਤੇ ਰਿਐਕਟ ਕਰ ਦਿੱਤਾ ਜਾਂਦਾ ਹੈ। ਦੇਖੋ ਇੱਥੇ ਪੋਲੀਟੀਸ਼ੀਅਨ ਦਾ ਆਪਣੇ ਦੋਸ਼ ਹੈ ਹੀ ਹੈ, ਨਾਲ ਮੀਡੀਆ ਦਾ ਵੀ ਆਪਾਂ ਨੂੰ ਲੱਗਦਾ ਦੋਸ਼ ਹੈ ਹੀ ਹੈ, ਕਿਉਂਕਿ ਹੋ ਸਕਦਾ ਹੈ ਕਿ ਉਹਨਾਂ ਨੇ ਖਬਰ ਦੇਖੀ ਹੋਵੇ ਜਾਂ ਇੱਕਦਮ ਦੇਖੀ ਹੋਵੇ, ਕਿਉਂਕਿ ਉਹਨਾਂ ਦੀ ਹਾਲਤ ਨਾਜ਼ੁਕ ਜਿਹੜੀ ਹੈ 1 ਤੇ 2 ਦਿਨ ਤੋਂ ਬਣੀ ਹੋਈ ਸੀਗੀ। ਦੇਖੇ ਲਗਭਗ ਉਹਨਾਂ ਨੇ ਆਖਰੀ ਸਾਹਾਂ ਚੱਲ ਗਈਆਂ ਸੀਗੀਆਂ, ਤੇ ਫਿਰ ਹੋ ਸਕਦਾ ਹੈ ਕਿ ਉਹਨਾਂ ਨੇ ਮੀਡੀਆ ਚੈਨਲ ਤੇ ਦੇਖੀ ਹੋਵੇ ਖਬਰ ਚੱਲੀ, ਉੱਥੋਂ ਉਹਨਾਂ ਨੇ ਚੱਕ ਲਿਆ ਹੋਵੇ। ਪਰ ਜਿਹੜੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਆਪਣੀ ਪੋਲੀਟਿਕਸ ਹੈ, ਭਾਵੇਂ ਉਹ BJP ਹੋ ਗਿਆ, ਅਕਾਲੀ ਦਲ ਹੋ ਗਿਆ, ਜਾਂ ਫਿਰ ਕੋਈ ਵੀ 8 ਪਾਰਟੀਆਂ ਸੂਬੇ ਪੱਧਰ ਦੀਆਂ ਪਾਰਟੀਆਂ ਜਾਂ ਫਿਰ ਨੈਸ਼ਨਲ ਪਾਰਟੀਆਂ ਨੇ, ਪਰ ਉਹਨਾਂ ਦੇ ਵਿੱਚ ਉਹ ਸਹਿਜ, ਉਹ ਠਹਿਰਾ ਰਹਿ ਨਹੀਂ ਗਿਆ ਹੁਣ। ਕਿਉਂਕਿ ਮੈਂ ਭਾਸ਼ਣ ਦੇਖ ਰਿਹਾ ਸੀ 15 ਅਗਸਤ ਦਾ ਮੋਦੀ ਸਰਕਾਰ ਦਾ, ਉਹਨਾਂ ਨੇ ਰਾਸ਼ਟਰ ਹਿੱਤ ਨੂੰ ਜਿਹੜਾ ਭਾਸ਼ਣਾਂ ਦਾ ਸਮਰਪਿਤ ਕੀਤਾ, ਉਹਦੇ ਵਿੱਚ ਰਾਸ਼ਟਰ ਹਿੱਤ ਤੋਂ ਜ਼ਿਆਦਾ ਜਿਹੜਾ ਸੀ ਉਹ 2019 ਨੂੰ ਟਾਰਗੇਟ ਕਰਕੇ ਸੀ ਜੀ। ਇਹ ਪੋਲੀਟਿਕਸ ਉੱਥੇ ਉਹਨਾਂ ਨੇ ਕੀ ਕੀਤਾ, 2013 ਤੋਂ ਲੈ ਕੇ 2013 ਨੂੰ 2018 ਨਾਲ ਕੰਪੇਅਰ ਕਰਕੇ ਉਸ ਭਾਸ਼ਣ ਦੇ ਕੋਈ 80 ਮਿੰਟ ਦਾ ਉਹਨਾਂ ਦਾ ਭਾਸ਼ਣ ਸੀਗਾ ਲਗਭਗ ਨਰਿੰਦਰ ਮੋਦੀ ਹੋਰਾਂ ਦਾ। ਔਰ ਵੱਡੀ ਗੱਲ ਇਹੀ ਹੈ ਕਿ ਉਹ ਸਹਿਜਤਾ, ਉਹ ਠਹਿਰਾ ਜਿਹੜਾ ਆ ਉਹ ਬਹੁਤ ਲਾਜ਼ਮੀ ਆ ਇਸ ਸਮੇਂ। ਬਾਕੀ ਲੀਡਰਾਂ ਨੂੰ ਘੱਟੋ ਘੱਟ ਜਿਹੜਾ ਆ ਉਹ ਅੱਜ ਦੇ ਦਿਨ ਹੀ ਅਹਿਦ ਲੈ ਲੈਣਾ ਚਾਹੀਦਾ ਕਿ ਜ਼ਿਆਦਾ ਨਹੀਂ, ਓਨਾ ਨਹੀਂ, ਤੇ ਥੋੜਾ ਬਹੁਤ ਠਹਿਰਾਓ, ਉਹ ਸਹਿਜਤਾ ਜ਼ਰੂਰ ਉਹ ਆਪਣੇ ਵਿੱਚ ਲੈ ਕੇ ਆਉਣਗੇ ਕਿਸੇ ਵੀ ਕਿਰਿਆ ਦੀ ਪ੍ਰਤੀਕਿਰਿਆ ਦੇਣ ਲੱਗਿਆਂ, ਜਿਵੇਂ ਅਟਲ ਬਿਹਾਰੀ ਵਾਜਪਾਈ ਹੋਰਾਂ ਦੇ ਦਰਮਿਆਨ ਹੋਇਆ ਕਰਦੀ ਸੀ। ਪਰ ਉਹ ਠਹਿਰਾਓ, ਉਹ ਸਹਿਜਤਾ ਜਿਹੜੀ ਆ ਉਹ ਰੁਕ ਗਈ ਹੈ, ਹੁਣ ਠਹਿਰਾਓ ਆਖਰੀ ਹੋ ਗਿਆ।
ਔਰ ਅਸੀਂ ਚੱਕ ਦੇ ਟੀਵੀ ਦੇ ਵੱਲੋਂ ਔਰ ਪੂਰੇ ਪੈਨਲ ਦੇ ਵੱਲੋਂ ਸ਼ਰਧਾਂਜਲੀ ਭੇਂਟ ਕਰਦੇ ਹਾਂ ਅਟਲ ਬਿਹਾਰੀ ਵਾਜਪੇਈ ਹੋਰਾਂ ਨੂੰ। ਔਰ ਇਹ ਅਸੀਂ ਵੀ ਮਹਿਸੂਸ ਕਰਦੇ ਹਾਂ ਤੇ ਹਰ ਉਹ ਭਾਰਤੀ ਮਹਿਸੂਸ ਕਰਦਾ ਆ ਜਿਹਨੇ ਅਟਲ ਬਿਹਾਰੀ ਵਾਜਪੇਈ ਹੋਰਾਂ ਦੀਆਂ ਕਵਿਤਾਵਾਂ ਪੜ੍ਹੀਆਂ ਨੇ, ਉਹਨਾਂ ਦੇ ਭਾਸ਼ਣ ਸੁਣੇ ਨੇ, ਉਹਨਾਂ ਦੇ ਸਿਆਸਤ ਕਰਨ ਦੇ ਤਰੀਕੇ ਨੂੰ ਦੇਖਿਆ ਆ, ਜਾਂ ਉਹਨਾਂ ਬਾਬਤ ਜਿਹੜੇ ਕਿੱਸੇ ਪੜ੍ਹੇ ਜਾਂਦੇ ਆ ਉਹਨਾਂ ਨੂੰ ਪੜ੍ਹਿਆ ਸੁਣਿਆ ਆ, ਤੇ ਉਹ ਇਸ ਗੱਲ ਦਾ ਅਹਿਸਾਸ ਜ਼ਰੂਰ ਕਰਦੇ ਹੋਣਗੇ ਕਿ ਉਹੋ ਜਿਹੀ ਸਿਆਸਤ ਮੁਲਕ ਦੇ ਵਿੱਚ ਕੀਤੀ ਜਾਣੀ ਚਾਹੀਦੀ ਹੈ। ਜੇ ਇਹੋ ਜਿਹੀ ਸਿਆਸਤ ਹੋਏਗੀ ਤੇ ਮੁਲਕ ਤਰੱਕੀਆਂ ਵੱਲ ਜਾਏਗਾ। ਇੱਕ ਵਾਰ ਫਿਰ ਸ਼ਰਧਾਂਜਲੀ ਭੇਂਟ ਕਰਦੇ ਹੋਏ ਛੋਟੀ ਜਿਹੀ ਬ੍ਰੇਕ ਲੈਣ ਜਾ ਰਹੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੇਖਦੇ ਰਹੋ ਚੱਕ ਦੇ ਟੀਵੀ।